ਨੇ ਕਿੰਨੀਆਂ ਕਿਸਮਾਂ ਨੇ ਬੁਝਾਰਤਾਂ ਦੀਆਂ, ਕਿਸ ਤਰੀਕੇ ਦੇ ਨਾਲ ਪਾਈਆਂ ਜਾਂਦੀਆਂ ਹਨ ਔਰ ਇਹ ਜਿਹੜੀਆਂ ਬੁਝਾਰਤਾਂ ਹਨ ਪੰਜਾਬੀ ਸੱਭਿਆਚਾਰ ਦੇ ਵਿੱਚ, ਸਮਾਜ ਦੇ ਵਿੱਚ ਇਹਨਾਂ ਦਾ ਮਹੱਤਵ ਕੀ ਹੈ। ਆਓ ਸਾਂਝੀ ਕਰੀਏ ਵਡਮੁੱਲੀ ਜਾਣਕਾਰੀ ਬੁਝਾਰਤਾਂ ਦੇ ਬਾਰੇ। ठीक है, देखो जी, एक बिजली की तार है, बिजली तार उस ते 10 कबूतर बैठे हैं। एक बंदे ने गोली मारी, एक कबूतर डिग पिया, मर गया। हाँ ठीक, बाकी किन्ने रह गए? 10 कबूतर बैठे, गोली मारी, एक गया, एक चकटा गया, 1 2 3 4 5 6 9 नहीं, कोई भी नहीं रहा। वो कितना ही बाकी 9 उड़ गए, गोली की आवाज ना। अच्छा ठीक है, देखो जी, एक बिजली की तार ਹੈ ਜਿਹੜੀ ਬੁੱਝਣ ਦੇ ਰੂਪ ਚ ਤੁਹਾਡੇ ਸਾਹਮਣੇ ਅਸੀਂ ਕੀਤੀ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਦੂਸਰੀ ਕਿਸਮ ਦੀ ਇੱਕ ਬੁਝਾਰਤ ਦੇ ਨਾਲ ਸੰਬੰਧਿਤ ਅਸੀਂ ਦ੍ਰਿਸ਼ ਦੇਖਾਂਗੇ ਤੇ ਤੁਹਾਨੂੰ ਉਸ ਚੀਜ਼ ਦੀ ਵੀ ਸੋਝੀ ਹੋ ਜਾਏਗੀ। ਇਹ ਪਾਵਰ ਬੋਰਡ ਦੀ ਹੁੰਦੀ ਹੈ। ਚੱਲ ਮੈਂ ਤਾਂ ਕੋਈ ਨਹੀਂ ਕਰਦਾ। 5 ਮੱਝਾਂ, 3 ਕੱਟੀਆਂ, 2 ਪੂਲੇ ਲਈਆਂ ਚੱਟੀਆਂ। ਤੂੰ ਦੱਸ ਹੁਣ ਕਿੰਨੇ ਕਿੰਨੇ ਪੂਲੇ ਆਉਣਗੇ ਉਹਨਾਂ ਨੂੰ? 5 ਮੱਝਾਂ, 3 ਕੱਟੀਆਂ, 8 ਤੇ 2 ਪੂਲੇ। ਲੈ ਪੂਰੇ ਨਹੀਂ ਆਣੇ, ਇਹ ਦੇਖ ਇੱਕ ਵੀ ਨਹੀਂ ਆਣਾ। ਕਿਉਂ ਨਹੀਂ ਆਣੇ? 8 ਮੱਝਾਂ ਆ, 8 ਮੱਝਾਂ ਦੇ ਕੱਟੀਆਂ ਬੁਲਾ ਕੇ ਉਹ ਵੀ ਇੱਕ ਪੂਰਾ ਹੋਣਾ। ਉਹ ਕਿਵੇਂ ਆਵੇ? ਉਹਨਾਂ ਨੇ ਕਿਹਾ ਸੀ 5 ਮੱਝਾਂ, 3 ਕੱਟੀਆਂ, 3 ਕੱਟ ਦੋ, 1 2 3। ਦੇਖੋ ਇਹ ਦੋ ਨੇ, ਦੋਨਾਂ ਨੂੰ ਇੱਕ ਇੱਕ ਪੂਰਾ ਹੋਣਾ। ਇਹ ਪਾਵਰ ਬੋਰਡ ਦੀ ਹੁੰਦੀ ਦੇ ਰੂਪ ਚ ਤੁਹਾਡੇ ਸਨਮੁਖ ਅਸੀਂ ਕਰ ਰਹੇ ਹਾਂ। ਇਸੇ ਤਰ੍ਹਾਂ ਹੀ ਸਾਡੇ ਕੋਲ ਇੱਕ ਬੱਚਿਆਂ ਦੀ ਤੀਸਰੀ ਤਰ੍ਹਾਂ ਦੀ ਇੱਕ ਬੁਝਾਰਤ ਆ, ਤੁਸੀਂ ਉਸ ਨੂੰ ਵੀ ਦੇਖਣ ਦਾ ਯਤਨ ਕਰੋ। ਜੀ ਇੱਕ ਡੱਬੀ ਵਿੱਚ 32 ਦਾਣੇ ਬੁੱਝਣ ਵਾਲੇ ਬੜੇ ਸਿਆਣੇ। ਜੀ ਇੱਕ ਡੱਬੀ ਵਿੱਚ 32 ਦਾਣੇ ਬੁੱਝਣ ਵਾਲੇ ਬੜੇ ਸਿਆਣੇ। ਵਿੱਚ ਬਹੁਤ ਆਮ ਹੈ ਜਿਹੜੀ ਇਹਨਾਂ ਬੱਚਿਆਂ ਦੇ ਨਾਲ ਸੰਬੰਧਿਤ ਅਸੀਂ ਬੁਝਾਰਤ ਪਾਉਂਦੇ ਹਾਂ। ਸੋ ਇਹ ਜੋ ਤੁਹਾਨੂੰ ਦਿਖਾਇਆ ਗਿਆ ਇਹਦੇ ਵਿੱਚੋਂ ਇਹ ਸਪਸ਼ਟ ਹੁੰਦਾ ਹੈ ਕਿ ਬੁਝਾਰਤਾਂ ਦੇ ਸਮਾਨਾਰਥੀ ਬਹੁਤ ਸਾਰੇ ਸ਼ਬਦ ਨੇ। ਉਹਨਾਂ ਦੇ ਵਿੱਚੋਂ ਬਹੁਤ ਪ੍ਰਸਿੱਧ ਨੇ ਪਹੇਲੀ। ਬੁਝਾਰਤਾਂ ਨੂੰ ਪਹੇਲੀ ਵੀ ਅਸੀਂ ਕਹਿੰਦੇ ਹਾਂ। ਬਾਤ ਪਾਉਣੀ, ਇੱਕ ਹੁੰਦਾ ਬਾਤ ਸੁਣਾਉਣੀ। ਬਾਤ ਸੁਣਾਉਣੀ ਕਥਾ ਨਾਲ ਸੰਬੰਧਿਤ ਹੈ, ਜਦੋਂ ਕਿ ਬਾਤ ਪਾਉਣੀ ਜਿਹੜੀ ਹੈ ਉਹ ਬੁਝਾਰਤ ਦੇ ਨਾਲ ਸੰਬੰਧਿਤ ਹੈ। ਅੜਾਉਣੀ ਵੀ ਕਿਹਾ ਜਾਂਦਾ ਹੈ ਔਰ ਬਤੌਲੀ ਵੀ ਕਿਹਾ ਜਾਂਦਾ ਹੈ। ਇਹ ਇਸ ਦੇ ਸਮਾਨਾਰਥੀ ਸ਼ਬਦ ਹਨ। ਇਸੇ ਤਰ੍ਹਾਂ ਬੁਝਾਰਤਾਂ ਦੇ ਆਮ ਕੋਸ਼ਗਤ ਜਿਹੜੇ ਅਰਥ ਨੇ, ਡਿਕਸ਼ਨਰੀ ਦੇ ਵਿੱਚ, ਕੋਸ਼ ਦੇ ਵਿੱਚ ਜਿਹੜੇ ਅਰਥ ਨੇ ਉਹ ਆਮ ਤੌਰ 'ਤੇ ਇਹ ਨੇ ਕਿ ਗਿਆਨ ਕਰਵਾਉਣ ਲਈ ਦਿੱਤਾ ਗਿਆ ਸੰਕੇਤ ਜਾਂ ਬੁੱਝਣ ਯੋਗ ਕਥਨ ਬੁਝਾਰਤ ਹਨ। ਲੇਕਿਨ ਬੁਝਾਰਤ ਦੀ ਵਿਧਾ ਕੀ ਹੈ, ਰੂਪ ਕੀ ਹੈ, ਬਣਤਰ ਕੀ ਹੈ ਜਾਂ ਵਿਸ਼ੇਸ਼ਤਾਵਾਂ ਕੀ ਨੇ, ਉਸ ਵਿੱਚ ਸਭ ਤੋਂ ਜ਼ਰੂਰੀ ਹੈ ਕਿ ਪੁੱਛਿਆ ਜਾਣ ਵਾਲਾ ਕੋਈ ਨਾ ਕੋਈ ਪ੍ਰਸ਼ਨ ਹੁੰਦਾ, ਅੜਾਉਣੀ ਹੁੰਦੀ ਹੈ ਜਾਂ ਗੁੰਝਲ ਜਾਂ ਕੋਈ ਕਥਨ ਹੁੰਦਾ ਔਰ ਨਾਲ ਹੀ ਜਵਾਬ ਦੀ ਮੰਗ ਹੁੰਦੀ ਹੈ, ਬੁੱਝਣਾ ਹੁੰਦਾ ਹੈ, ਉਸ ਦਾ ਜਵਾਬ ਦੇਣਾ ਹੁੰਦਾ ਹੈ। ਤੀਸਰੀ ਗੱਲ ਹੈ ਕਿ ਜੇ ਇਹ ਚੀਜ਼ ਬੁੱਝੀ ਨਹੀਂ ਜਾ ਰਹੀ ਤਾਂ ਉਹਦੇ ਲਈ ਅਸੀਂ ਸੰਕੇਤ ਦੇ ਸਕਦੇ ਹਾਂ, ਇਸ਼ਾਰਾ ਦੇ ਸਕਦੇ ਹਾਂ। ਇਸੇ ਤਰ੍ਹਾਂ ਬੁਝਾਰਤ ਦੇ ਵਿੱਚ 2 ਧਿਰਾਂ ਹੁੰਦੀਆਂ ਹਨ। ਇੱਕ ਧਿਰ ਹੁੰਦੀ ਹੈ ਬੁਝਾਰਤ ਪਾਉਣ ਵਾਲੀ ਧਿਰ, ਇਹ ਇਕੱਲਾ ਵਿਅਕਤੀ ਹੁੰਦਾ, ਇੱਕ ਜਣਾ ਹੁੰਦਾ ਹੈ। ਦੂਸਰੇ ਪਾਸੇ ਹੁੰਦੀ ਹੈ ਜਵਾਬ ਦੇਣ ਵਾਲੀ ਧਿਰ, ਜਿਸ ਨੇ ਬੁਝਾਰਤ ਨੂੰ ਸੁਣਨਾ ਹੈ ਔਰ ਸੁਣ ਕੇ ਉਸ ਦਾ ਜਵਾਬ ਦੇਣਾ ਹੁੰਦਾ ਹੈ। ਇਸੇ ਤਰ੍ਹਾਂ ਬੁਝਾਰਤ ਦੇ ਵਿੱਚ ਅਹਿਮ ਤੱਤ ਕੀ ਹੈ? ਗਿਆਨ। ਆਮ ਗਿਆਨ ਨਾਲ ਸੰਬੰਧਿਤ ਹੁੰਦੀ ਹੈ, ਬੁੱਧੀ ਦੀ ਪਰਖ ਕੀਤੀ ਜਾਂਦੀ ਹੈ ਔਰ ਸਿਆਣਪ ਦਾ ਪ੍ਰਮਾਣ ਇਸ ਵਿੱਚ ਲਿਆ ਜਾਂਦਾ ਹੈ। ਇਸੇ ਤਰ੍ਹਾਂ ਹੀ ਬੁਝਾਰਤ ਦੇ ਵਿੱਚ ਜਿਹੜਾ ਇਹਦਾ ਸਮਾਂ ਹੈ ਆਮ ਤੌਰ 'ਤੇ ਸੌਣ ਤੋਂ ਪਹਿਲਾਂ ਰਾਤ ਦਾ ਸਮਾਂ ਹੈ, ਪਰ ਅੱਜ ਕੱਲ੍ਹ ਬੁਝਾਰਤਾਂ ਦਿਨੇ ਵੀ ਪਾ ਲਈਆਂ ਜਾਂਦੀਆਂ ਨੇ। ਪਰਿਵਰਤਨਸ਼ੀਲ ਹੁੰਦੀ ਹੈ ਸਮੇਂ ਦੇ ਅਨੁਸਾਰ, ਇਲਾਕੇ ਦੇ ਅਨੁਸਾਰ। ਬੁਝਾਰਤਾਂ ਦੇ ਸ਼ਬਦਾਂ ਦੇ ਵਿੱਚ, ਸ਼ਬਦਾਵਲੀ ਦੇ ਵਿੱਚ ਤਬਦੀਲੀ ਸੰਭਵ ਹੁੰਦੀ ਹੈ। ਬੁਝਾਰਤ ਦਾ ਉੱਤਰ ਬੁਝਾਰਤ ਵਿੱਚ ਹੀ ਲੁਪਿਤ ਹੁੰਦਾ ਹੈ। ਬੁਝਾਰਤ ਦੇ ਨਾਲ ਹੀ ਇਸ ਦਾ ਉੱਤਰ ਮਿਲਦਾ ਜੁਲਦਾ ਹੁੰਦਾ ਹੈ ਔਰ ਇਹ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਹੁੰਦੀ ਹੈ, ਜਿਹਨੂੰ ਅਸੀਂ ਕਹਿੰਦੇ ਕਿ ਠੇਠ ਭਾਸ਼ਾ 'ਚ ਹੁੰਦੀ ਹੈ। ਇਸੇ ਕਰਕੇ ਬੁਝਾਰਤ ਦੀ ਇਲਾਕਾਈ ਭਾਸ਼ਾਈ ਭਿੰਨਤਾ ਵੀ ਇਸ ਵਿੱਚ ਰਹਿੰਦੀ ਹੈ। ਮੌਖਿਕ ਪ੍ਰਭਾਵ ਵਿੱਚ ਰਹਿੰਦੀ ਹੈ, ਮੌਖਿਕ ਹੁੰਦੀ ਹੈ, ਜ਼ਬਾਨੀ ਕਲਾਮੀ ਇਹ ਚੱਲਦੀ ਹੈ। ਔਰ ਬੁਝਾਰਤ ਲੋਕ ਧਾਰਾਈ ਸਾਹਿਤ ਰੂਪ ਹੈ, ਲੋਕ ਸਾਹਿਤ ਦਾ ਇੱਕ ਰੂਪ ਹੈ, ਸਮਾਜ ਸੱਭਿਆਚਾਰ ਦਾ ਇਹ ਅਟੁੱਟ ਅੰਗ ਹੁੰਦਾ ਹੈ। ਪਰੰਪਰਾ ਬੁਝਾਰਤ ਦੇ ਵਿੱਚ ਵਿਦਮਾਨ ਹੁੰਦੀ ਹੈ, ਪੀੜ੍ਹੀ ਦਰ ਪੀੜ੍ਹੀ ਇਹ ਲੋਕ ਪ੍ਰਵਾਨਿਤ ਹੁੰਦੀਆਂ ਹਨ ਔਰ ਸੰਬੋਧਨੀ ਸ਼ੈਲੀ
ਇਸ ਦੀ ਮੁੱਖ ਸ਼ੈਲੀ ਹੁੰਦੀ ਹੈ। ਸੰਬੋਧਨ ਕੀਤਾ ਜਾਂਦਾ ਹੈ, ਸੰਬੋਧਨ ਦੇ ਰਾਹੀਂ ਪੁੱਛਿਆ ਜਾਂਦਾ ਹੈ। ਤੁਸੀਂ ਦੇਖ ਸਕਦੇ ਹੋ ਇੱਕ ਉਦਾਹਰਨ ਦੇ ਰੂਪ ਦੇ ਵਿੱਚ ਕਿ ਕਿਵੇਂ ਇਸ਼ਾਰੇ ਦੇ ਨਾਲ ਅਸੀਂ ਹਿੰਟ ਵੀ ਦੇ ਸਕਦੇ ਹਾਂ ਬੁਝਾਰਤ ਦੇ ਵਿੱਚ। ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ। ਕਬੂਤਰ ਇਹ ਤਾਂ ਸੁਣੀ ਹੋਊਗੀ। ਦੱਸ ਦੋਗੇ ਤਾਂ ਇਹਨੂੰ ਵੀ ਯਾਦ ਨਹੀਂ ਆਏਗਾ। ਅੱਜ ਕੱਲ ਨਹੀਂ ਯੂਜ਼ ਹੁੰਦਾ, ਪਹਿਲਾਂ ਥੜਿਆਂ ਤੇ ਰੱਖ ਦਿੰਦੇ ਸੀ ਲੋਕ। ਕੀ ਹੋ ਸਕਦਾ? ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ। ਤੁੱਕਾ ਮਾਰੋ, ਤੁੱਕੇ ਨੂੰ ਵੀ ਹੈ ਸ਼ਾਇਦ ਮੈਨੂੰ ਲੱਗਦਾ ਦੀਵਾ ਸੀ ਯਾਰ। ਦੀਵਾ, ਸਹੀ ਗੱਲ, ਦੀਵਾ ਹੀ ਆ। ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ, ਹਿੰਟ ਦਿੱਤਾ ਜਾ ਰਿਹਾ ਹੈ ਪੁਰਾਣੇ ਸਮੇਂ ਦਾ ਦੀਵੇ, ਇਸ ਦਾ ਦੀਵਾ ਉੱਤਰ ਹੈ। ਸੋ ਪਰਿਭਾਸ਼ਾ ਅਸੀਂ ਕਿਸ ਤਰੀਕੇ ਦੇ ਨਾਲ ਕਰ ਸਕਦੇ ਹਾਂ ਕਿ ਲੋਕਧਾਰਾ ਦੇ ਅੰਤਰਗਤ ਲੋਕ ਸਾਹਿਤ ਦਾ ਅਜਿਹਾ ਸੂਤਰੀਕ੍ਰਿਤ ਕਥਨ ਜਿਸ ਵਿੱਚ ਇੱਕ ਧਿਰ ਵੱਲੋਂ ਦੂਜੀ ਧਿਰ ਨੂੰ ਦਿਮਾਗੀ ਚੁਸਤੀ ਫੁਰਤੀ ਦੀ ਪਰਖ ਕਰਨ ਲਈ ਕੋਈ ਅੜਾਉਣੀ ਪਾਈ ਜਾਂਦੀ ਹੈ, ਉਸ ਨੂੰ ਬੁਝਾਰਤ ਕਿਹਾ ਜਾਂਦਾ ਹੈ। ਸੋ ਬਹੁਤ ਸਾਰੇ ਮਹੱਤਵ ਨੇ ਬੁਝਾਰਤ ਦੇ, ਔਰ ਆਮ ਗਿਆਨ ਦੀ ਪਰਖ ਹੁੰਦੀ ਹੈ, ਬੌਧਿਕ ਸ਼ਕਤੀ ਦਾ ਵਿਕਾਸ ਹੁੰਦਾ ਹੈ, ਸੋਚਣ ਵਿਚਾਰਨ ਦੀ ਸ਼ਕਤੀ ਦਾ ਵਿਕਾਸ ਹੁੰਦਾ ਹੈ। ਇਸੇ ਤਰ੍ਹਾਂ ਮਨੋਰੰਜਨ ਵੀ ਹੁੰਦਾ, ਆਨੰਦ ਮਿਲਦਾ, ਖੁਸ਼ੀ ਮਿਲਦੀ ਹੈ ਬੁਝਾਰਤਾਂ ਦੇ ਨਾਲ। ਜਿਵੇਂ ਕਿ ਪਹਿਲੀ ਇੱਕ ਦੂਸਰੀ ਅਸੀਂ ਇੱਕ ਪਹੇਲੀ ਦੇ ਰੂਪ 'ਚ ਤੁਹਾਨੂੰ ਦਿਖਾਇਆ ਸੀ ਕਿ ਬੱਚੇ ਕਹਿ ਰਹੇ ਸੀ ਕਿ ਅਸੀਂ ਬੋਰ ਹੋ ਰਹੇ ਹਾਂ, ਆਓ ਇੱਕ ਪਹੇਲੀ ਪਾਈਏ, ਬੁਝਾਰਤ ਪਾਈਏ। ਸੋ ਆਨੰਦ ਮਿਲਦਾ ਹੈ, ਮਨੋਰੰਜਨ ਹੁੰਦਾ, ਭਾਈਚਾਰਕ ਸਾਂਝ ਵੱਧਦੀ ਹੈ। ਆਪਸੀ ਜਦੋਂ ਅਸੀਂ ਇਕੱਠੇ ਹੁੰਦੇ ਹਾਂ, ਬੁਝਾਰਤਾਂ ਪਾਉਂਦੇ ਹਾਂ, ਤਾਂ ਸਾਡੀ ਭਾਈਚਾਰਕ ਰਿਸ਼ਤਿਆਂ ਦੀ ਸਾਂਝ ਵੱਧਦੀ ਹੈ। ਇਸੇ ਤਰ੍ਹਾਂ ਹੀ ਰਿਸ਼ਤਿਆਂ ਦਾ ਮੋਹ ਵੱਧਦਾ ਹੈ। ਸਮਾਜ ਸੱਭਿਆਚਾਰ ਦਾ ਬੁਝਾਰਤਾਂ ਅਟੁੱਟ ਅੰਗ ਹੁੰਦੀਆਂ, ਔਰ ਇੱਕ ਜਿਗਿਆਸਾ, ਹੋਰ ਜਾਣਨ ਦੀ ਜਿਹੜੀ ਰੁਚੀ ਹੈ, ਉਸ ਦਾ ਵਿਕਾਸ ਵੀ ਬੁਝਾਰਤਾਂ ਦੇ ਰਾਹੀਂ ਹੁੰਦਾ। ਚੰਗਾ ਸਰੋਤਾ ਬਣਨ ਦੇ ਗੁਣ ਵੀ ਵਿਕਸਿਤ ਹੁੰਦੇ ਹਨ ਬੁਝਾਰਤਾਂ ਦੇ ਨਾਲ। ਔਰ ਮਨੋਰੰਜਨ ਕਿਵੇਂ ਹੁੰਦਾ, ਆਓ ਇੱਕ ਮਜ਼ਾਕੀਆ ਜਿਹੀ ਬੁਝਾਰਤ ਸੁਣੀਏ। ਦੋ ਗਲੀਆਂ, ਇੱਕ ਬਾਜ਼ਾਰ, ਵਿੱਚੋਂ ਨਿਕਲਿਆ ਥਾਣੇਦਾਰ ਜੀ, ਚੁੱਕ ਕੇ ਮਾਰੋ ਕੰਦੇ ਨਾਲ ਜੀ। ਸੀਂਡ ਦੋ ਗਲੀ। ਇਹ ਬੁਝਾਰਤ ਮਨੋਰੰਜਨ ਦੇ ਰੂਪ 'ਚ ਸਾਡੇ ਸਾਹਮਣੇ ਆਉਂਦੀ ਹੈ। ਕਿਵੇਂ ਅਸੀਂ ਹਾਸਾ ਠੱਠਾ ਵੀ ਇਹਨਾਂ ਦੇ ਨਾਲ ਕਰਦੇ ਹਾਂ, ਰਿਸ਼ਤਿਆਂ ਦੀ ਸਾਂਝ ਕਿਵੇਂ ਵੱਧਦੀ ਹੈ, ਆਓ ਸੁਣੀਏ। ਵੀ ਕਰਦੇ ਹੁੰਦੇ ਸੀ, ਜਿਵੇਂ ਜਦੋਂ ਰੋਟੀ ਖਾਣ ਤੋਂ ਬਾਅਦ ਨਾ ਸਾਨੂੰ ਕਹਿੰਦੇ ਸੀ ਤੁਸੀਂ ਕੋਈ ਨਾ ਕੋਈ ਚੁਟਕਲਾ ਬੁਝਾਰਤ ਕੋਈ ਨਾ ਕੋਈ ਤੁਹਾਨੂੰ ਪੁੱਛਦੇ ਹੁੰਦੇ ਸੀ। ਉਹ ਚਾਹੇ ਕਿਤਾਬ ਲੈ ਕੇ ਦਿੰਦੇ ਸੀ ਸਾਨੂੰ। ਅੱਜ ਕੱਲ੍ਹ ਬੱਚਿਆਂ ਨੂੰ ਫੋਨ ਦੇ ਨਾਲ ਹੀ ਹੋ ਗਿਆ ਜ਼ਿਆਦਾ, ਤਾਂ ਕਰਕੇ ਵੀ ਉਹ ਚੀਜ਼ ਹੁਣ ਨਵੀਆਂ ਮਾਡਰਨ ਚੀਜ਼ਾਂ ਆ ਰਹੀਆਂ। ਪੁਰਾਣੇ ਜੇ ਬੇਬੇ ਵੀ ਕਿਸੇ ਨੇ ਨਹੀਂ ਸੁਣਿਆ ਹੋਣਾ, ਮੰਮੀ ਜ਼ਿਆਦਾ ਆਪਾਂ ਕਰਦੇ ਹਾਂ, ਉਹ ਵਰਡ ਵੀ ਨਹੀਂ ਕਈ ਨੂੰ ਪਤਾ। ਬੱਚਿਆਂ ਦਾ, ਮਾਪਿਆਂ ਦਾ ਇਕੱਠੇ ਬੈਠ ਕੇ ਜਦੋਂ ਬੁਝਾਰਤਾਂ ਪਾਉਣੀਆਂ ਤਾਂ ਰਿਸ਼ਤਿਆਂ ਦਾ ਮੋਹ ਆਪਣੇ ਆਪ ਹੀ ਵੱਧਦਾ। ਇਹ ਬੜੀ ਵੱਡੀ ਬੁਝਾਰਤਾਂ ਦੀ ਦੇਣ ਰਹੀ ਹੈ। ਔਰ ਕਿਸਮਾਂ ਕਿਹੜੀਆਂ ਨੇ ਆਕਾਰ ਦੇ ਆਧਾਰ 'ਤੇ। ਛੋਟੀ ਬੁਝਾਰਤ ਇਹ ਇੱਕ ਤੁਕ 'ਚ ਹੁੰਦੀ ਹੈ। ਮੱਧ ਆਕਾਰੀ ਬੁਝਾਰਤ ਆਮ ਤੌਰ 'ਤੇ ਇਸ ਵਿੱਚ ਦੋ ਤੁਕਾਂ ਹੁੰਦੀਆਂ ਹਨ। ਵੱਡੀ ਬੁਝਾਰਤ ਦੋ ਤੋਂ ਵੱਧ ਤੁਕਾਂ ਵਾਲੀ ਜਿਹੜੀ ਬੁਝਾਰਤ ਹੈ, ਉਸ ਨੂੰ ਅਸੀਂ ਵੱਡੀ ਬੁਝਾਰਤ ਦੇ ਵਿੱਚ ਸ਼ਾਮਲ ਕਰਦੇ ਹਾਂ। ਬਣਤਰ ਦੇ ਆਧਾਰ 'ਤੇ ਵੀ ਬੁਝਾਰਤ ਦੀਆਂ ਜਿਹੜੀਆਂ ਦੋ ਤਰ੍ਹਾਂ ਦੀਆਂ ਕਿਸਮਾਂ ਨੇ। ਕਾਵਿਕ ਬੁਝਾਰਤ ਜਿਸ ਵਿੱਚ ਤੋਲ ਤਕਾਨ ਦਾ ਮੇਲ ਹੁੰਦਾ, ਕਵਿਤਾ ਦੇ ਰੂਪ ਦੇ ਵਿੱਚ ਹੁੰਦੀ ਹੈ। ਵਾਰਤਕ ਰੂਪ ਬੁਝਾਰਤ ਜਿਸ ਵਿੱਚ ਤੋਲ ਤਕਾਂਤ ਦੇ ਮੇਲ ਤੋਂ ਇਹ ਰਹਿਤ ਬੁਝਾਰਤ ਹੁੰਦੀ ਹੈ, ਵਾਰਤਕ ਰੂਪ ਦੇ ਵਿੱਚ ਹੁੰਦੀ ਹੈ। ਜਿਵੇਂ ਅਸੀਂ ਪਹੇਲੀ ਹੈ, ਜਿਵੇਂ ਆਮ ਗੱਲਬਾਤ ਅਸੀਂ ਕਰਦੇ ਹਾਂ, ਉਸ ਤਰ੍ਹਾਂ ਦੀ ਹੁੰਦੀ ਹੈ। ਕਵਿਤਾ ਦੇ ਵਿੱਚ ਇਹ ਬੁਝਾਰਤ ਨਹੀਂ ਹੁੰਦੀ। ਆਓ ਦੇਖੀਏ ਕਿ ਇਸ ਦਾ ਜਿਹੜਾ ਕਾਵਿਕ ਰੂਪ ਕਿਸ ਤਰ੍ਹਾਂ ਦਾ ਹੈ। ਚੜ ਚੌਂਕੀ ਤੇ ਬੈਠੀ ਸਿਰ ਤੇ ਅੱਗ, ਬਦਨ ਤੇ ਪਾਣੀ। ਮੱਛੀ ਭਿਆਂ ਬਾਈ ਸਾਡੀ ਦਾ। ਸਿਰ ਤੇ ਅੱਗ, ਬਦਨ ਤੇ ਪਾਣੀ। ਚੜ ਚੌਂਕੀ ਬੈਠੀ ਰਾਣੀ ਦੀ ਗੱਲ ਹੈ। ਇੱਕ ਬੁਝਾਰਤ ਦੀ ਕਿਸਮ ਹੈ ਸਾਡੇ ਕੋਲ। ਇਸੇ ਤਰ੍ਹਾਂ ਹੀ ਦੂਸਰੀ ਬੁਝਾਰਤ ਵਾਰਤਾ ਦੇ ਰੂਪ 'ਚ, ਵਾਰਤਕ ਸ਼ੈਲੀ ਦੇ ਰੂਪ ਦੇ ਵਿੱਚ ਜਿਹੜੀ ਹੈ, ਉਹ ਵੀ ਅਸੀਂ ਤੁਹਾਨੂੰ ਦਿਖਾਉਣ ਦਾ ਪ੍ਰਯਾਸ ਕਰਦੇ ਹਾਂ। ਕਾਵਿਕ ਤੋਲ ਤਕਾਂਤ ਵਿੱਚ ਨਹੀਂ ਹੁੰਦਾ, ਔਰ ਆਪਸੀ ਜਿਵੇਂ ਆਮ ਗੱਲਬਾਤ ਦੇ ਰੂਪ 'ਚ ਅਸੀਂ ਕੁਝ ਪ੍ਰਸ਼ਨ ਪੁੱਛਦੇ ਹਾਂ, ਇਹ ਇਸੇ ਤਰ੍ਹਾਂ ਦੀ ਹੀ ਬੁਝਾਰਤ ਹੁੰਦੀ ਹੈ। ਕੁਝ ਅਭਿਆਸ ਤੁਹਾਡੇ ਸਨਮੁਖ ਅਸੀਂ ਕਰਾਂਗੇ, ਤੁਹਾਨੂੰ ਬੁਝਾਰਤਾਂ ਅਸੀਂ ਬੁੱਝਾਂਗੇ ਵੀ। ਸੋ ਪਹਿਲੀ ਬੁਝਾਰਤ, ਇੱਕ ਜਾਨਵਰ ਐਸਾ ਜਿਸ ਦੀ ਦੁਮ ਪਰ ਪੈਸਾ। ਤੁਹਾਨੂੰ ਅਸੀਂ ਇਸ ਵਿੱਚ ਕੁਝ ਔਖੇ ਸ਼ਬਦ ਨੇ, ਜਿਵੇਂ ਦੁਮ ਹੈ ਜਿਸ ਦਾ ਅਰਥ ਹੈ ਪੂਛ। ਸੋ ਬੁਝਾਰਤ ਬੁੱਝਣ ਦੇ ਲਈ ਔਖੇ ਸ਼ਬਦ ਜਿਹੜੇ ਆ ਉਹ ਤੁਹਾਡੀ ਸਮਝ ਹੋਣੇ ਚਾਹੀਦੇ, ਉਹਨਾਂ ਦੇ ਅਰਥਾਂ ਦਾ ਪਤਾ ਹੋਣਾ ਚਾਹੀਦਾ। ਤੁਹਾਨੂੰ ਕੁਝ ਸੈਕਿੰਡ ਅਸੀਂ ਇਸ ਬੁਝਾਰਤ ਦੇ ਜਵਾਬ ਲਈ ਵੀ ਅਸੀਂ ਦੇਣਾ ਚਾਹਾਂਗੇ। ਇਹਦਾ ਜਵਾਬ ਮੋਰ ਹੈ। ਇਸੇ ਤਰ੍ਹਾਂ ਹੀ ਦੂਸਰੀ ਜਿਹੜੀ ਬੁਝਾਰਤ ਹੈ,
ਉਹਨੂੰ ਵੀ ਤੁਸੀਂ ਬੁੱਝਣ ਦਾ ਯਤਨ ਕਰੋਗੇ। ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ, ਤੁਹਾਡੇ ਸਨਮੁਖ ਇਹ ਬੁਝਾਰਤ ਹੈ, ਬੁੱਝਣ ਦਾ ਤੁਸੀਂ ਯਤਨ ਕਰੋ। ਔਖਾ ਸ਼ਬਦ ਇਹਦੇ ਵਿੱਚ ਪਰਾਂਦਾ ਵੈਸੇ ਤਾਂ ਬਹੁਤ ਪ੍ਰਚਲਿਤ ਹੈ, ਤੁਸੀਂ ਦੇਖ ਰਹੇ ਹੋ ਪਰਾਂਦਾ ਕੀ ਹੁੰਦਾ, ਕਿੱਦਾਂ ਦਾ ਹੁੰਦਾ, ਉਹਦੀ ਤਸਵੀਰ ਤੁਹਾਡੇ ਸਾਹਮਣੇ ਹੈ। ਤੋ ਇਸ ਦਾ ਜਵਾਬ ਸੂਈ ਧਾਗਾ। ਇਸੇ ਤਰ੍ਹਾਂ ਹੀ ਦੇਖ ਸਕਦੇ ਹੋ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਸੂਈ ਧਾਗਾ। ਔਰ ਅਗਲੀਆਂ ਬਹੁਤ ਸਾਰੀਆਂ ਬੁਝਾਰਤਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤੁਹਾਨੂੰ ਬੁਝਾਰਤਾਂ ਬੁੱਝਣ ਦੇ ਲਈ ਵੀ ਅਸੀਂ ਦਿਆਂਗੇ। ਔਰ ਅਗਲੇ ਭਾਗਾਂ ਦੇ ਵਿੱਚ ਤੁਸੀਂ ਇਸ ਚੀਜ਼ ਦਾ ਇੰਤਜ਼ਾਰ ਕਰੋਗੇ। ਤਦ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।